ਮਾਰਕਸਵਾਦ ਤੇ ਮਾਰਕਸ ਦੇ ਮੁੱਖ ਸਿਧਾਂਤ। Dear students, welcome you all in this video, and in this video we'll cover about the Marx। ਇਸ ਵੀਡੀਓ ਦੇ ਵਿੱਚ ਅਸੀਂ ਮਾਰਕਸਵਾਦ ਨੂੰ ਪੜ੍ਹਾਂਗੇ। ਪੰਜਾਬੀ ਮੀਡੀਅਮ 'ਚ ਪਿਛਲੀ ਵੀਡੀਓ ਤੇ ਮਾਰਕਸ ਦੇ ਮੁੱਖ ਸਿਧਾਂਤ ਨੂੰ ਪੜ੍ਹਾਂਗੇ। ਮਾਰਕਸਵਾਦ ਨੂੰ ਆਮ ਤੌਰ 'ਤੇ ਮਾਰਕਸਵਾਦੀ ਸਮਾਜਵਾਦ ਵੀ ਕਿਹਾ ਜਾਂਦਾ ਹੈ। ਇਸ ਦੇ ਅਲੱਗ-ਅਲੱਗ ਨਾਮ ਹੈਗੇ, ਜਿਵੇਂ ਕਿ ਕਿਰਤੀ ਸਮਾਜਵਾਦ, ਵਿਗਿਆਨਿਕ ਸਮਾਜਵਾਦ ਅਤੇ ਸਾਮਵਾਦ। ਮਾਰਕਸ ਤੋਂ ਪਹਿਲਾਂ ਵੀ ਕਈ ਸਾਰੇ ਵਿਦਵਾਨਾਂ ਨੇ ਸਮਾਜਵਾਦ ਦਾ ਵਰਣਨ ਕੀਤਾ ਹੈ, ਪਰ ਉਸ ਦੇ ਲਈ ਇੱਕ ਰੂਟ ਮੈਪ ਤਿਆਰ ਨਹੀਂ ਸੀ ਕੀਤਾ। ਮਾਰਕਸ ਨੇ ਸਮਾਜਵਾਦ ਨੂੰ ਪ੍ਰਾਪਤ ਕਰਨ ਦੇ ਢੰਗ ਵੀ ਦੱਸੇ। ਚਲੋ ਇਸ ਚੈਪਟਰ ਨੂੰ ਡਿਟੇਲ ਵਿੱਚ ਕਰਦੇ ਹਾਂ। ਸਭ ਤੋਂ ਪਹਿਲਾਂ ਕਾਰਲ ਮਾਰਕਸ ਦੀ ਜਾਣ ਪਛਾਣ। ਕਾਰਲ ਮਾਰਕਸ 19ਵੀਂ ਸਦੀ ਦਾ ਮਹਾਨ ਜਰਮਨ ਦਾਰਸ਼ਨਿਕ ਹੈ। ਉਹਨਾਂ ਦਾ ਜਨਮ 5 ਮਈ 1818 ਨੂੰ ਜਰਮਨੀ ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀਗਾ। ਜਦੋਂ ਉਹ 6 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਨੇ ਯਹੂਦੀ ਧਰਮ ਛੱਡ ਕੇ ਈਸਾਈ ਧਰਮ ਧਾਰਨ ਕਰ ਲਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਐਜੂਕੇਸ਼ਨ ਹਾਸਲ ਕੀਤੀ ਵੱਖ-ਵੱਖ ਯੂਨੀਵਰਸਿਟੀਜ਼ ਤੋਂ, ਔਰ ਉਹਨਾਂ ਦੇ ਵਿਚਾਰ ਸ਼ੁਰੂ ਤੋਂ ਹੀ ਕ੍ਰਾਂਤੀਕਾਰੀ ਸਨ, ਜਿਸ ਕਰਕੇ ਜਰਮਨ, ਫਰਾਂਸ, ਪੈਰਿਸ, ਬੈਲਜੀਅਮ ਕਈ ਦੇਸ਼ਾਂ ਵਿੱਚੋਂ ਉਹਨਾਂ ਨੂੰ ਕੱਢਿਆ ਗਿਆ। ਅਤੇ ਐਂਡ ਵਿੱਚ ਕਾਰਲ ਮਾਰਕਸ ਇੰਗਲੈਂਡ ਗਏ, ਜਿੱਥੇ ਬਹੁਤ ਸਾਰੇ ਰਚਨਾਵਾਂ ਤੋਂ ਬਾਅਦ, ਬਹੁਤ ਸਾਰੇ ਟਾਈਮ ਗੁਜ਼ਰਨ ਤੋਂ ਬਾਅਦ 1883 ਵਿੱਚ ਲੰਡਨ ਵਿੱਚ ਉਹਨਾਂ ਦੀ ਮ੍ਰਿਤੂ ਹੋ ਗਈ। ਫੈਡਰਿਕ ਐਂਜਲਸ ਨਾਲ ਦੋਸਤੀ ਮਹੱਤਵਪੂਰਨ ਗ੍ਰੰਥ। ਫਰੈਡਰਿਕ ਐਂਜਲਸ ਨਾਲ ਉਹਨਾਂ ਦੀ ਦੋਸਤੀ ਬਹੁਤ ਮਹੱਤਵਪੂਰਨ ਸਾਬਿਤ ਹੋਈ ਉਹਨਾਂ ਲਈ। ਐਂਜਲਸ ਅਮੀਰ ਬਾਪ ਦੇ ਬੇਟਾ ਸਨ ਅਤੇ ਉਹਨਾਂ ਨੇ ਕਾਰਲ ਮਾਰਕਸ ਦੀ ਬੜੀ ਸਹਾਇਤਾ ਕੀਤੀ। ਐਂਜਲਸ ਇੱਕ ਬਹੁਤ ਵਧੀਆ ਪ੍ਰਚਾਰਕ ਸਨ ਅਤੇ ਸੰਗਠਿਤ ਕਰਤਾ ਵੀ ਸਨ। ਐਂਜਲਸ ਤੋਂ ਜੋ ਵੀ ਆਰਥਿਕ ਸਹਾਇਤਾ ਮਿਲੀ, ਉਸ ਕਾਰਨ ਹੀ ਉਹ ਵੱਖ-ਵੱਖ ਗ੍ਰੰਥਾਂ ਨੂੰ ਲਿਖਣ ਦੇ ਵਿੱਚ ਕਾਮਯਾਬ ਹੋਏ। ਉਹਨਾਂ ਦੇ ਮੁੱਖ ਗ੍ਰੰਥਾਂ ਦੇ ਨਾਂ ਹੈਗੇ ਦਾਸ ਕੈਪੀਟਲ, ਜਿਹੜੀ ਕਿ ਉਹਨਾਂ ਨੇ 1867 ਵਿੱਚ ਲਿਖੀ, ਪਬਲਿਸ਼ ਹੋਈ ਸੀ। ਕਮਿਊਨਿਸਟ ਮੈਨੀਫੈਸਟੋ 1848 ਦੇ ਵਿੱਚ, ਅਤੇ ਰਾਜਨੀਤਿਕ ਅਰਥ ਵਿਵਸਥਾ ਦੀ ਸਮੱਸਿਆਵਾਂ ਦੀ ਆਲੋਚਨਾ 1859 ਦੇ ਵਿੱਚ। ਉਸ ਤੋਂ ਇਲਾਵਾ ਮੁੱਲ, ਕੀਮਤ, ਲਾਭ, ਵੈਲਿਊ, ਪ੍ਰਾਈਸ, ਪ੍ਰੋਫਿਟ 1867 ਵਿੱਚ ਪਬਲਿਸ਼ ਹੋਈ। ਅਤੇ ਅੱਗੇ ਚੱਲਦੇ ਹਾਂ। ਅਗਲਾ ਹੈ ਮਾਰਕਸਵਾਦ, ਵਿਗਿਆਨਿਕ ਸਮਾਜਵਾਦ। ਵਿਗਿਆਨਿਕ ਸਮਾਜਵਾਦ ਤੋਂ ਪਹਿਲਾਂ ਅਸੀਂ ਇਹ ਸਮਝ ਲਈਏ ਕਿ ਮਾਰਕਸਵਾਦ ਹੈ ਕੀ। ਮਾਰਕਸਵਾਦ ਕਾਰਲ ਮਾਰਕਸ ਦੁਆਰਾ ਪ੍ਰਚਾਰਿਤ ਇੱਕ ਵਿਚਾਰਧਾਰਾ ਹੈ। ਇਸ ਨੂੰ ਬੇਸਿਕਲੀ ਸਮਾਜਵਾਦ ਕਿਹਾ ਜਾਂਦਾ ਹੈ, ਔਰ ਕਾਰਲ ਮਾਰਕਸ ਵਿਗਿਆਨਿਕ ਸਮਾਜਵਾਦ ਦੇ ਪਿਤਾਮਾ ਮੰਨੇ ਜਾਂਦੇ ਹਨ। ਕਾਰਲ ਮਾਰਕਸ ਤੋਂ ਪਹਿਲਾਂ ਪਲੈਟੋ, ਰਾਬਰਟ ਓਵਨਸ, ਸੇਂਟ ਸਾਈਮਨ ਅਤੇ ਚਾਰਲਸ ਫਰੀਅਰ ਆਦਿ ਵਿਦਵਾਨਾਂ ਦੁਆਰਾ ਵੀ ਸਮਾਜਵਾਦ ਦੇ ਵਿਚਾਰਧਾਰਾ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਮਾਰਕਸ ਨੇ ਜੋ ਵਿਚਾਰ ਪ੍ਰਸਤੁਤ ਕੀਤੀ ਹੈ ਉਹ ਵਿਗਿਆਨਿਕ ਸਮਾਜਵਾਦ ਹੈ। ਕਾਰਲ ਮਾਰਕਸ ਨੇ ਪੂੰਜੀਵਾਦੀ ਵਿਵਸਥਾ ਨੂੰ ਖਤਮ ਕਰਕੇ ਅਜਿਹੇ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ ਦੀ ਸਥਾਪਨਾ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਹਨ।
ਜਿਸ ਵਿੱਚ ਕਿਰਤੀ ਵਰਗ ਦਾ ਸ਼ੋਸ਼ਣ ਨਹੀਂ ਹੋਵੇਗਾ ਅਤੇ ਕਿਸੇ ਵੀ ਮਜ਼ਦੂਰ ਨੂੰ ਭੁੱਖਾ ਸੌਣਾ ਨਹੀਂ ਪਵੇਗਾ। ਕਾਰਲ ਮਾਰਕਸ ਨੇ ਨਾ ਕੇਵਲ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਹਨ, ਸਗੋਂ ਉਸਨੇ ਅਜਿਹੇ ਸਮਾਜ ਦੀ ਸਥਾਪਨਾ ਦੀ ਵਿਧੀ ਦੱਸੀ ਹੈ ਜਿਸ ਨੂੰ ਉਹਨਾਂ ਨੇ ਸਮੁੱਚੇ ਰੂਪ ਵਿੱਚ ਕਮਿਊਨਿਜ਼ਮ ਦਾ ਨਾਮ ਦਿੱਤਾ ਹੈ, ਸਾਮਵਾਦ ਦਾ ਨਾਮ ਦਿੱਤਾ ਹੈ। ਅਤੇ ਅੰਤ ਵਿੱਚ ਉਹਨਾਂ ਦਾ ਉਦੇਸ਼ ਹੈ ਇੱਕ ਅਜਿਹੇ ਸਮਾਜ ਦੀ ਸਥਾਪਨਾ ਜਿਸ ਦੇ ਵਿੱਚ ਕੋਈ ਗਰੀਬ ਨਹੀਂ ਰਹੇਗਾ, ਅਮੀਰ ਗਰੀਬ ਵਿੱਚ ਕੋਈ ਫਰਕ ਨਹੀਂ ਰਹੇਗਾ ਅਤੇ ਹਰ ਕੋਈ ਕੰਮ ਕਰੇਗਾ ਅਤੇ ਉਸਨੂੰ ਤਨਖਾਹ ਉਹਨਾਂ ਦੇ ਲੋੜਾਂ ਦੇ ਮੁਤਾਬਕ, ਜ਼ਰੂਰਤਾਂ ਦੇ ਮੁਤਾਬਕ ਮਿਲੇਗੀ। ਮਾਰਕਸ ਦੀ ਵਿਗਿਆਨਿਕ ਸਮਾਜਵਾਦ ਜਿਹੜੀ ਹੈ ਉਸ ਦੇ ਵਿੱਚ ਫਰੈਡਰਿਕ ਐਂਜਲਸ ਅਤੇ ਕਾਰਲ ਮਾਰਕਸ ਦੇ ਵਿਚਾਰ ਮੇਨ ਹਨ ਅਤੇ ਉਸ ਨੂੰ ਹੀ ਮਾਰਕਸਵਾਦ ਕਿਹਾ ਜਾਂਦਾ ਹੈ। ਇਸ ਦੇ ਵਿੱਚ ਉਹਨਾਂ ਨੇ ਵਿਗਿਆਨਿਕ ਢੰਗ ਨਾਲ ਪੂੰਜੀਵਾਦੀ ਪ੍ਰਣਾਲੀ ਦੀ ਵਿਆਖਿਆ ਕੀਤੀ ਹੈ ਅਤੇ ਕਿਸ ਤਰੀਕੇ ਨਾਲ ਵਧੀਆ ਸਮਾਜ ਦੀ ਸਥਾਪਨਾ ਲਈ ਸਮਾਜਵਾਦੀ ਕ੍ਰਾਂਤੀ ਜ਼ਰੂਰੀ ਹੈ ਉਸ ਦੀ ਵਿਆਖਿਆ ਕੀਤੀ ਹੈ। ਅਗਰ ਅਸੀਂ ਪੜ੍ਹਦੇ ਹਾਂ ਇਹਨੂੰ ਤਾਂ ਪਾਉਂਦੇ ਹਾਂ ਕਿ ਵੀ ਚੀਨ ਅਤੇ ਰੂਸ ਦੇ ਵਿੱਚ ਕਿਸ ਤਰੀਕੇ ਨਾਲ ਮਾਰਕਸਵਾਦ ਦੇ ਵਿਚਾਰ 'ਤੇ ਹੀ ਜਾ ਕੇ ਕ੍ਰਾਂਤੀ ਆਈ ਅਤੇ ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਕਾਰਲ ਮਾਰਕਸ ਜਿਹੜਾ ਹੈ ਸਮਾਜਿਕ ਵਿਗਿਆਨਿਕ ਸਮਾਜਵਾਦ ਦਾ ਮੋਢੀ ਹੈ ਅਤੇ ਪਿਤਾਮਾ ਉਹਨਾਂ ਨੂੰ ਮੰਨਿਆ ਜਾਂਦਾ ਹੈ। ਮਾਰਕਸਵਾਦ ਦੇ ਮੁੱਖ ਸਿਧਾਂਤ ਕਿਹੜੇ ਹਨ ਉਸ ਨੂੰ ਪੜ੍ਹਨ ਤੋਂ ਪਹਿਲਾਂ ਥੋੜ੍ਹਾ ਜਿਹਾ ਮਾਰਕਸ ਦਾ ਇੱਕ ਕੋਟ ਦੇਖਦੇ ਹਾਂ ਕਿ ਦਾਰਸ਼ਨਿਕਾਂ ਨੇ ਸੰਸਾਰ ਦੀ ਕੇਵਲ ਵੱਖ-ਵੱਖ ਢੰਗਾਂ ਨਾਲ ਵਿਆਖਿਆ ਕੀਤੀ ਹੈ, ਅਸਲ ਨੁਕਤਾ ਇਸ ਨੂੰ ਬਦਲਣ ਦਾ ਹੈ। ਯਾਨੀ ਕਿ ਮਾਰਕਸ ਚਾਹੁੰਦੇ ਕਿ ਇਸ ਨੂੰ ਬਦਲਿਆ ਜਾਵੇ, ਨਾ ਕਿ ਸਿਰਫ ਵਿਚਾਰ ਦੇਣਾ ਹੈ ਔਰ ਵਿਆਖਿਆ ਕਰਨਾ ਹੈ। ਮਾਰਕਸ ਇਸ ਨੂੰ ਬਦਲਣਾ ਚਾਹੁੰਦੇ ਨੇ। ਇਹ ਵੱਡਾ ਸੀਗਾ, ਇਹਨਾਂ ਨੇ ਉਹ ਢੰਗ ਦੱਸਿਆ ਜਿਸ ਹਿਸਾਬ ਨਾਲ ਕ੍ਰਾਂਤੀ ਲਿਆ ਜਾ ਸਕਦੀ ਹੈ ਔਰ ਸਮਾਜ ਨੂੰ ਬਦਲਿਆ ਜਾ ਸਕਦਾ ਹੈ। ਮੁੱਖ ਸਿਧਾਂਤ ਹੈ ਭੌਤਿਕ ਦਵੰਦਵਾਦ ਜਾਂ ਭੌਤਿਕ ਦਵੰਦਵਾਦ ਵਿੱਚ ਵਿਸ਼ਵਾਸ ਸੀ ਇਹਨਾਂ ਦਾ। ਭੌਤਿਕ ਦਵੰਦਵਾਦ ਦੇ ਵਿੱਚ ਬੇਸਿਕਲੀ ਮਾਰਕਸਵਾਦ ਪ੍ਰਤੀਵਾਦ ਅਤੇ ਸੰਵਾਦ ਦਾ ਐਗਜ਼ਾਮਪਲ ਦਿੰਦੇ ਹੋਏ ਦੱਸਦੇ ਹੈ ਕਿ ਕਿਸ ਤਰੀਕੇ ਨਾਲ ਇਹ ਪ੍ਰਕਿਰਿਆ ਥੀਸਿਸ, ਐਂਟੀਥੀਸਿਸ ਅਤੇ ਸਿੰਥੇਸਿਸ ਦਾ ਲਗਾਤਾਰ ਚੱਲਦਾ ਰਹਿੰਦਾ ਹੈ। ਅਤੇ ਮਾਰਕਸ ਕਹਿੰਦੇ ਹਨ ਕਿ ਪਦਾਰਥ ਜਿਹੜਾ ਹੈ ਉਹ ਹਕੀਕਤ ਹੈ ਅਤੇ ਜਿਵੇਂ ਕਿ ਬੀਜ ਤੋਂ ਪੌਦਾ, ਫਿਰ ਪੌਦੇ ਤੋਂ ਫਲ ਆਉਂਦਾ, ਫਿਰ ਫਲ ਤੋਂ ਫਿਰ ਬੀਜ ਬਣਦਾ, ਬੀਜ ਤੋਂ ਪੌਦਾ, ਇਹ ਪ੍ਰਕਿਰਿਆ ਲਗਾਤਾਰ ਚੱਲਦਾ ਰਹਿੰਦਾ ਹੈ, ਇਹ ਹਕੀਕਤ ਹੈ। ਇਸੇ ਤਰੀਕੇ ਨਾਲ ਦਵੰਦਵਾਦ ਪ੍ਰਣਾਲੀ ਹੈ ਜਿਸ ਦੇ ਵਿੱਚ ਕਿ ਵਿਰੋਧ ਦਾ ਘੋਲ ਚੱਲਦਾ ਰਹਿੰਦਾ ਲਗਾਤਾਰ। ਅਤੇ ਮਾਰਕਸ ਨੇ ਭੌਤਿਕ ਦਵੰਦਵਾਦ ਨੂੰ ਸਮਝਾਉਂਦੇ ਹੋਏ ਗੱਲ ਕੀਤੀ ਹੈ ਕਿ ਪਦਾਰਥ ਜਿਹੜਾ ਹੈ, ਮੈਟਰ ਜਿਹੜਾ ਹੈ, ਇੱਕੋ ਇੱਕ ਹਕੀਕਤ ਹੈ ਅਤੇ ਸਾਰੇ ਪਰਿਵਰਤਨਾਂ ਲਈ ਜ਼ਿੰਮੇਦਾਰ ਹੈ। ਹਰ ਵਸਤੂ ਅਤੇ ਹਰ ਸਥਿਤੀ ਪਰਿਵਰਤਨਸ਼ੀਲ ਹੈ ਅਤੇ ਹਰ ਤੱਥ ਵਿੱਚ ਅੰਤਰ ਵਿਰੋਧ ਹੁੰਦਾ ਹੈ ਅਤੇ ਸਥਾਨ ਅਤੇ ਸਥਿਤੀਆਂ ਵਿਕਾਸ ਨੂੰ ਪ੍ਰਭਾਵਿਤ ਕਰਦੀਆਂ। ਅਤੇ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭੌਤਿਕ ਦਵੰਦਵਾਦ ਦਾ ਅਰਥ ਹੈ ਸਮਾਜ ਵਿੱਚ ਦੋ ਵਿਰੋਧੀ ਸ਼ਕਤੀਆਂ ਜਿਵੇਂ ਕਿ ਪੂੰਜੀਪਤੀ ਵਰਗ ਅਤੇ ਮਜ਼ਦੂਰ ਵਰਗ ਹੁੰਦੇ ਹਨ ਔਰ ਉਹਨਾਂ ਵਿੱਚ ਆਪਸ ਵਿੱਚ ਨਿਰੰਤਰ ਵਿਰੋਧ ਚੱਲਦਾ ਰਹਿੰਦਾ ਹੈ ਅਤੇ ਇਸ ਵਿਰੋਧ ਦਾ ਮੇਨ ਕਾਰਨ ਭੌਤਿਕ ਹਿੱਤ ਹਨ, ਜਿਨ੍ਹਾਂ ਵਿੱਚ ਜਿੱਥੇ ਕਿ ਦੋਨਾਂ ਦੇ ਭੌਤਿਕ ਹਿੱਤਾਂ ਵਿੱਚ ਵਿਰੋਧ ਹੈ ਅਤੇ ਦੋਵਾਂ ਵਿਚਕਾਰ ਵਿਰੋਧ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦ ਤੱਕ ਕਿ ਵਰਗ ਰਹਿਤ ਸਮਾਜ ਦੀ ਸਥਾਪਨਾ ਨਹੀਂ ਹੋ ਜਾਂਦੀ ਹੈ। ਅਤੇ ਇਸ ਪ੍ਰਕਾਰ ਮਾਰਕਸ ਨੇ ਵਿਰੋਧ ਦੇ ਘੋਲ ਨੂੰ ਹੀ ਭੌਤਿਕ ਦਵੰਦਵਾਦ ਕਿਹਾ ਹੈ। ਯਾਨੀ ਕਿ ਇਹ ਪਦਾਰਥਵਾਦੀ ਸਮਾਜ ਦੇ ਵਿੱਚ ਜਿਹੜਾ ਵਰਗ ਸੰਘਰਸ਼ ਚੱਲਦਾ ਰਹੇਗਾ ਔਰ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕਰਕੇ ਵਰਗ ਰਹਿਤ ਸਮਾਜ ਦੀ ਸਥਾਪਨਾ ਨਹੀਂ ਹੋ ਜਾਂਦੀ। ਇਹ ਮਾਰਕਸ ਦਾ ਭੌਤਿਕ ਦਵੰਦਵਾਦ ਹੈ। ਅੱਗੇ ਚੱਲਦੇ ਹਾਂ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ। ਮਾਰਕਸ ਕਹਿੰਦੇ ਹਨ ਕਿ ਇਤਿਹਾਸ ਜਿਹੜਾ ਹੈ, ਇਤਿਹਾਸ ਦੇ ਵਿੱਚ ਜੋ ਕੁਛ ਵੀ ਬਦਲਿਆ ਇਹ ਬਦਲਾਅ ਬੇਸਿਕਲੀ ਆਰਥਿਕਤਾ ਦੇ ਕਾਰਨ ਹੋਇਆ ਹੈ। ਕਾਰਲ ਮਾਰਕਸ ਦੇ ਸ਼ਬਦਾਂ ਦੇ ਅਨੁਸਾਰ ਸੰਪੂਰਨ ਰਾਜਨੀਤਿਕ, ਸਮਾਜਿਕ ਅਤੇ ਬੌਧਿਕ ਸੰਬੰਧ, ਸਾਰੀਆਂ ਧਾਰਮਿਕ ਅਤੇ ਕਾਨੂੰਨੀ ਪ੍ਰਣਾਲੀਆਂ ਅਤੇ ਸਾਰੇ ਸਿਧਾਂਤਕ ਦ੍ਰਿਸ਼ਟੀਕੋਣ ਜੋ ਇਤਿਹਾਸ ਵਿੱਚ ਪੈਦਾ ਹੁੰਦੇ ਹਨ ਉਹ ਜੀਵਨ ਦੀਆਂ ਭੌਤਿਕ ਪ੍ਰਸਥਿਤੀਆਂ ਦੇ ਸਿੱਟੇ ਦੇ ਰੂਪ ਵਿੱਚ ਹੁੰਦੇ ਹਨ। ਉਹ ਕਹਿੰਦੇ ਹਨ ਕਿ ਜਿਨ੍ਹਾਂ ਵੀ ਗਰੁੱਪ ਦਾ
ਜਿਹੜੇ ਵੀ ਦੋ ਪਰਸਪਰ ਵਿਰੋਧੀ ਗਰੁੱਪ ਹੈਗੇ ਜਿਨ੍ਹਾਂ ਦਾ ਵੀ ਉਤਪਾਦਨ ਦੇ ਸਾਧਨਾਂ 'ਤੇ ਕੰਟਰੋਲ ਹੁੰਦਾ ਹੈ, ਇਤਿਹਾਸ ਵੀ ਉਹਨਾਂ ਦਾ ਹੀ ਹੁੰਦਾ ਹੈ। ਅਤੇ ਉਤਪਾਦਨ ਦੇ ਸਾਧਨ ਜਿਹੜੇ ਪਰਿਵਰਤਨਸ਼ੀਲ ਹੁੰਦੇ ਹਨ ਅਤੇ ਵਕਤ ਦੇ ਹਿਸਾਬ ਨਾਲ ਇਹ ਬਦਲਦੇ ਰਹਿੰਦੇ ਹਨ। ਸਮਾਜ ਦੇ ਪਰਸਪਰ ਵਿਰੋਧੀ ਗੁੱਟ ਯਾਨੀ ਕਿ ਸੰਪत्ति ਦੇ ਮਾਲਕ ਅਤੇ ਸੰਪत्तिहीन ਜਿਹੜੇ ਹੈ ਇਹ ਲੋਕ ਆਪਸ ਦੇ ਵਿੱਚ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਹਨ ਅਤੇ ਸੰਘਰਸ਼ ਕਰਕੇ ਹੀ ਸਮਾਜ ਦੀ ਹਰ ਵਿਵਸਥਾ ਜਿਹੜੀ ਹੈ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਵਰਗ ਸੰਘਰਸ਼ ਚੱਲਦਾ ਰਹਿੰਦਾ ਹੈ। ਅਲੱਗ ਅਲੱਗ ਯੁੱਗ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਹੈ ਸਮਾਜ ਰਹੀ ਹੈ, ਜਿਵੇਂ ਕਿ ਪ੍ਰਾਚੀਨ ਸਾਮਵਾਦੀ, ਫਿਰ ਗੁਲਾਮੀ ਦਾ ਯੁੱਗ, ਫਿਰ ਸਾਮੰਤਵਾਦੀ ਯੁੱਗ, ਫਿਰ ਪੂੰਜੀਵਾਦੀ ਯੁੱਗ, ਫਿਰ ਮਜ਼ਦੂਰਾਂ ਦੀ ਤਾਨਾਸ਼ਾਹੀ ਅਤੇ ਨਾਲ ਸਾਮਵਾਦੀ ਯੁੱਗ ਆ ਜਾਏਗਾ। ਇਹ ਅਲੱਗ ਅਲੱਗ ਪੜਾਅ ਦੱਸੇ ਉਹਨੇ ਔਰ ਇਸ ਪ੍ਰਕਾਰ ਮਾਰਕਸ ਨੇ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਕੀਤੀ ਹੈ। ਉਹ ਕਹਿੰਦੇ ਕਿਸ ਤਰੀਕੇ ਨਾਲ ਪਹਿਲਾਂ ਜ਼ਮੀਨ 'ਤੇ ਜਿਨ੍ਹਾਂ ਦਾ ਕਬਜ਼ਾ ਹੋਇਆ ਉਹ ਜ਼ਮੀਂਦਾਰ ਬਣ ਗਏ ਅਤੇ ਲੋਕ ਦੂਸਰੇ ਉਹਦੇ ਸਾਮੰਤ ਜਾਂ ਫਿਰ ਉਹਦੇ ਕਿਸਾਨ ਮਜ਼ਦੂਰ ਬਣ ਗਏ। ਫਿਰ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਇੰਡਸਟਰੀ ਪੂੰਜੀਪਤੀ ਅਤੇ ਮਜ਼ਦੂਰ ਵਰਗ ਹੋ ਗਿਆ। ਇਸ ਪ੍ਰਕਾਰ ਹੀ ਆਉਣ ਵਾਲੇ ਸਮੇਂ 'ਚ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਆ ਜਾਏਗੀ ਔਰ ਉਹ ਵਰਗ ਸੰਘਰਸ਼ ਨੂੰ ਕ੍ਰਾਂਤੀ ਦੁਆਰਾ ख़त्म कर देंगे और फिर सामवादी युग आ जाएगा, स्टेटलेस सोसाइटी की इस्टैबलिशमेंट हो जाएगी। उस तो बाद वर्ग संघर्ष का सिद्धांत मार्क्स कहते हैं कि आरंभ तो ही समाज में दो विरोधी वर्ग रहे हैं और या फिर उन्होंने दो विरोधी वर्ग के असी बन सकते हैं, जिमें कि पूंजीपति और मजदूर वर्ग, अमीर और गरीब वर्ग, लुटेरे ते लुटे जाने वाले वर्ग, मालिक अते नौकर वर्ग, शासक अते शासित वर्ग। आरंभ तो ही समाज दे जिस वर्ग दे कोल आर्थिक शक्ति हुंदी है वो राजनीतिक शक्ति ते भी काबिज हो जाता है अते गरीबों का शोषण करता है। इस प्रकार मार्क्स कहते हैं कि मालिक अते गुलाम, उच्ची कुल अते नीवी कुल, जिमीदार अते किसान, संघ अते अधिकारी, मजदूर अर्थात शोषण करने वाले अते शोषित जमात सदा एक दूसरे के विरोधी रहे हैं तो इन्हां दे विच वर्ग संघर्ष चलता रहता है। दो विरोधी वर्ग नूं पूंजीपतियां अते मजदूरां दे विच वंडता उन्होंने मार्क्स ने उसनूं उन्होंने हैव्स एंड हैव्स नोट किया। जिन्हां कोल कुछ है वो पूंजीपति हैव्स है, जिहड़े मजदूर हैगे वो हैव्स नोट है। संघर्ष दोनों के आपस के विरोधी हित हैगी तो जिसके कारण संबंध चलता रहता है और उत्पादन के साधन से पूंजीपतियों का कंट्रोल होंदा है तो दूसरे का शोषण अपने फायदे लिए करते हैं। ये वर्ग संघर्ष चलता रहता उदों तक चलता रहेगा जो तक के क्लासलैस सोसाइटी की स्थापना नहीं हो जाती है, वर्ग रहित समाज की स्थापना नहीं हो जाती। वाधू मूल का सिद्धांत वाधू मूल के सिद्धांत को वर्णन करते हुए कार्ल मार्क्स कहते हैं दास कैपिटल दे विच कि वाधू मूल ही शोषण का कारण है। कीमत माइनस लागत इज़ इक्वल टू वाधू मूल। उदाहरण के तौर वजों 1000 कीमत, 400 रुपये लागत बराबर है 600 रुपये वाधू मूल। तो वाधू मूल मजदूरों का हक होना चाहिए मार्क्स कहते हैं, जबकि पूंजीपति वो हड़प जाते हैं तो वो अमीर हो जाते हैं तो जोड़े मजदूर है वो गरीब के गरीब हो जाते हैं। इत्थे मैं एक एग्जाम्पल राਹੀਂ दसांगा तुहानूं कि किस एक कैपिटलिस्ट जिहड़ा है मान लो मेज़ बनाउंदा है, टेबल बनाउंदा है तो वो टेबल बनाने ते 1000 रुपये का खर्चा आता है, पर उस टेबल में वो 3000 से बेचता है। तो मजदूर जिसने टेबल बनाया उसने उस दे विच वाधू मुल पैदा की है, यानी कि 2000 का जो वाधू मुल होया है वो मजदूर दे हुनर दे करके मजदूर की मजदूरी करके उसका मुल वधिया है। इसलिए उसते जिहड़ा है मार्क्स कहता है कि मजदूर का हक होना चाहिए। पर यह सिद्धांत की भी आलोचना हुई है कि भी जो पूंजीपति वर्ग है वो निवेश करके रिस्क उठाते तो इसलिए उन्होंने उस चीज़ का अधिकार होना चाहिए, यानी कि उन्होंने पूंजीपतियों का अधिकार होना चाहिए। पूंजीवाद का स्वैनाश, पूंजीवाद का आत्मनाश किवें होएगा या स्वैनाश किवें होएगा। पूंजीवाद के आत्मनाश बारे मार्क्स का विचार है कि हौली हौली ये आप ही खत्म हो जाएंगे। पूंजीवाद अपने तबाही वाल आप वध रहा है। वो कहते हैं कि निजी संपत्ति के कारण
ਅਮੀਰ ਹੋਰ ਅਮੀਰ ਹੋਣਗੇ ਤੇ ਗਰੀਬ ਹੋਰ ਵੀ ਗਰੀਬ ਹੋਣਗੇ, ਤੇ ਛੋਟੇ ਪੂੰਜੀਪਤੀ ਵੱਡੇ ਪੂੰਜੀਪਤੀ ਦੇ ਮੁਕਾਬਲਾ ਨਹੀਂ ਕਰ ਪਾਉਣਗੇ, ਅਤੇ ਇਸ ਤਰੀਕੇ ਨਾਲ ਉਹ ਮਜ਼ਦੂਰ ਵਰਗ ਦੀ ਕੈਟਾਗਰੀ 'ਚ ਆ ਜਾਣਗੇ। ਤੇ ਇਸ ਤਰ੍ਹਾਂ ਮਜ਼ਦੂਰ ਵਰਗ ਦੀ ਜਿਹੜੀ ਕੈਟਾਗਰੀ ਵੱਧਦੀ ਜਾਏਗੀ ਔਰ ਇੱਕ ਸਮਾਂ ਐਸਾ ਆਏਗਾ ਕਿ ਥੋੜ੍ਹੇ ਲੋਕ ਹੀ ਇਸ ਕੈਟਾਗਰੀ 'ਚ ਹੋਣਗੇ, ਅਤੇ ਉਸ ਵੇਲੇ ਮਜ਼ਦੂਰਾਂ ਦੁਆਰਾ ਕ੍ਰਾਂਤੀ ਕਰਕੇ ਉਹਨਾਂ ਨੂੰ ਹਰਾਉਣਾ ਬੜਾ ਆਸਾਨ ਹੋਏਗਾ। ਔਰ ਇਸੇ ਕਾਰਨ ਮਜ਼ਦੂਰ ਦੇ ਵਿੱਚ ਚੇਤਨਾ ਆਏਗੀ। ਮਜ਼ਦੂਰ ਦੇ ਵਿੱਚ ਚੇਤਨਾ ਆਉਣ ਦੇ ਕਈ ਕਾਰਨ ਹੈ। ਸਭ ਤੋਂ ਪਹਿਲਾਂ ਟਰਾਂਸਪੋਰਟ ਦਾ ਵਿਕਾਸ, ਆਵਾਜਾਈ ਦੇ ਸਾਧਨ ਦਾ ਵਿਕਾਸ ਹੋਇਆ ਹੈ। ਮਜ਼ਦੂਰਾਂ ਵਿੱਚ ਆਈ ਚੇਤਨਾ ਕਾਰਨ ਛੋਟੇ ਅਤੇ ਵੱਡੇ ਪੂੰਜੀਪਤੀਆਂ ਵਿੱਚ ਸੰਘਰਸ਼ ਵੀ ਹੋਏਗਾ, ਅਤੇ ਖੁੱਲ੍ਹੇ ਮੁਕਾਬਲੇ ਦੀ ਨੀਤੀ ਜਿਹੜੀ ਹੈ ਛੋਟੇ ਪੂੰਜੀਪਤੀਆਂ ਦਾ ਖਾਤਮਾ ਕਰ ਦੇਗੀ, ਜਿਸ ਤੋਂ ਬਾਅਦ ਛੋਟੇ ਪੂੰਜੀਪਤੀ ਇਕੱਠੇ ਹੋ ਜਾਣਗੇ। ਸਾਰੇ ਜਿਹੜੇ ਪ੍ਰੋਲੀਟੇਰੀਅਟ ਹੈ ਇਕੱਠੇ ਹੋ ਜਾਣਗੇ। ਤਾਂ ਹੀ ਮਾਰਕਸ ਕਹਿੰਦੇ ਕਿ ਪ੍ਰੋਲੀਟੇਰੀਅਟ ਯਾਨੀ ਕਿ ਮਜ਼ਦੂਰ ਵਰਗ ਜਿਹੜਾ ਹੈ ਉਹ ਇਕੱਠੇ ਹੋ ਜਾਓ ਅਤੇ ਸੰਘਰਸ਼ ਕਰੋ, ਤੁਹਾਡੇ ਕੋਲ ਗਵਾਉਣ ਲਈ ਕੁਛ ਨਹੀਂ ਹੈ ਤੁਹਾਡੇ ਗੁਲਾਮੀ ਦੇ ਚਿਹਨਾਂ ਤੋਂ ਇਲਾਵਾ। ਅਤੇ ਇਸ ਪ੍ਰਕਾਰ ਪੂੰਜੀਵਾਦ ਜਿਹੜਾ ਹੈ ਆਪਣੇ ਐਂਡ 'ਚ ਉਹਦਾ ਆਤਮ ਨਾਸ਼ ਹੋ ਜਾਏਗਾ। ਮਜ਼ਦੂਰ ਕਾਰਲ ਮਾਰਕਸ ਨੇ ਕਿਹਾ ਕਿ ਦੁਨੀਆ ਭਰ ਦੇ ਮਜ਼ਦੂਰ ਇੱਕ ਹੋ ਜਾਓ, ਹੋਰ ਕੁਝ ਨਹੀਂ, ਤੁਸੀਂ ਕੇਵਲ ਆਪਣੀ ਜ਼ੰਜੀਰਾਂ ਤੋਂ ਹੀ ਛੁਟਕਾਰਾ ਪਾਉਣਾ ਹੈ। ਕਿਰਤੀਆਂ ਦੀ ਕ੍ਰਾਂਤੀ ਅਤੇ ਮਜ਼ਦੂਰ ਦੀ ਤਾਨਾਸ਼ਾਹੀ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਵੀ ਮਾਰਕਸਵਾਦ ਕ੍ਰਾਂਤੀਕਾਰੀ ਤਰੀਕੇ ਵਿੱਚ ਵਿਸ਼ਵਾਸ ਰੱਖਦੇ ਹਨ, ਅਤੇ ਉਹ ਕਹਿੰਦੇ ਹਨ ਕਿ ਕਿਰਤੀ ਜਿਹੜੇ ਹੈ ਉਹ ਕ੍ਰਾਂਤੀ ਦੁਆਰਾ ਮਜ਼ਦੂਰਾਂ ਦੀ ਤਾਨਾਸ਼ਾਹੀ ਲੈ ਆਉਣਗੇ, ਅਤੇ ਫਿਰ ਉਸ ਤੋਂ ਬਾਅਦ ਪੂੰਜੀਵਾਦੀ ਪ੍ਰਣਾਲੀ ਅੰਦਰੂਨੀ ਜੋ ਵੀ ਦੋਸ਼ ਹੋਣਗੇ ਉਹਨਾਂ ਨੂੰ ਖ਼ਤਮ ਕਰ ਦੇਣਗੇ, ਔਰ ਪੂੰਜੀਵਾਦੀ ਤੱਤਾਂ ਨੂੰ ਵੀ ਖ਼ਤਮ ਕਰ ਦੇਣਗੇ, ਔਰ ਸ਼ਕਤੀ 'ਤੇ ਕਬਜ਼ਾ ਕਰ ਲਿਆ ਜਾਏਗਾ, ਸ਼ਕਤੀ 'ਤੇ ਸਾਧਨਾਂ 'ਤੇ ਕਬਜ਼ਾ ਕਰ ਲਿਆ ਜਾਏਗਾ, ਔਰ ਪੂੰਜੀਪਤੀਆਂ ਦਾ ਖਾਤਮਾ ਹੋ ਜਾਏਗਾ, ਔਰ ਉਸ ਤੋਂ ਬਾਅਦ ਮਜ਼ਦੂਰਾਂ ਦੀ ਤਾਨਾਸ਼ਾਹੀ ਸਟੈਬਲਿਸ਼ ਹੋ ਜਾਏਗੀ। ਅਗਲਾ ਸਿਧਾਂਤ ਹੈ ਵਰਗਹੀਨ ਸਮਾਜ ਦੀ ਸਥਾਪਨਾ। ਫਿਰ ਜਦੋਂ ਪੂੰਜੀਪਤੀ ਦਾ ਸੱਤਾ ਆ ਜਾਏਗਾ, ਤਾਨਾਸ਼ਾਹੀ ਆ ਜਾਏਗੀ, ਅਤੇ ਹੌਲੀ ਹੌਲੀ ਸਾਰੇ ਪੂੰਜੀਪਤੀ ਖਤਮ ਹੋ ਜਾਣਗੇ, ਅਤੇ ਸਮਾਜ ਫਿਰ ਸਾਮਵਾਦੀ ਸਮਾਜ ਵਿੱਚ ਕੇਵਲ ਇੱਕ ਸ਼੍ਰੇਣੀ ਹੋਏਗਾ, ਔਰ ਉਸ ਹੋਏਗਾ ਇੱਕੋ ਜਿਹੇ ਲੋਕਾਂ ਦਾ ਸ਼੍ਰੇਣੀ, ਅਮੀਰ ਗਰੀਬ ਕੋਈ ਨਹੀਂ ਹੋਏਗਾ, ਅਮੀਰ ਗਰੀਬ ਦਾ ਅੰਤਰ ਖਤਮ ਹੋ ਜਾਏਗਾ, ਔਰ ਹਰ ਕਿਸੇ ਨੂੰ ਉਸਦੇ ਕੰਮ ਦੇ ਹਿਸਾਬ ਨਾਲ, ਉਸਦੇ ਲੋੜ ਦੇ ਹਿਸਾਬ ਨਾਲ ਪੈਸਾ ਮਿਲੇਗਾ, ਹਰ ਕਿਸੇ ਨੂੰ ਕੰਮ ਕਰਨਾ ਪਏਗਾ। ਇਹ ਸਿਧਾਂਤ ਹੋਏਗਾ ਕਿ ਜੋ ਕੰਮ ਨਹੀਂ ਕਰੇਗਾ ਨਹੀਂ ਖਾਏਗਾ। ਸ਼ਕਤੀ ਸਾਂਝੇ ਹੱਥਾਂ ਵਿੱਚ ਹੋਏਗੀ ਔਰ ਸਾਰੇ ਬਰਾਬਰ ਹੋਣਗੇ। ਇਸ ਪ੍ਰਕਾਰ ਵਰਗ ਰਹਿਤ ਸਮਾਜ ਦੀ ਸਥਾਪਨਾ ਹੋ ਜਾਏਗੀ। ਰਾਜ ਦਾ ਖਾਤਮਾ। ਫਿਰ ਜਦੋਂ ਵਰਗ ਰਹਿਤ ਸਮਾਜ ਹੋ ਜਾਏਗਾ, ਹੌਲੀ ਹੌਲੀ ਮਜ਼ਦੂਰਾਂ ਦੀ ਤਾਨਾਸ਼ਾਹੀ ਵੀ ਖਤਮ ਹੋ ਜਾਏਗੀ। ਮਾਰਕਸ ਕਹਿੰਦੇ ਹਨ ਕਿ ਰਾਜ ਜਿਹੜਾ ਹੈ ਸ਼ੋਸ਼ਣ ਦਾ ਸਾਧਨ ਹੈ, ਅਤੇ ਵਰਗ ਖਤਮ ਹੋਣ ਕਰਕੇ ਰਾਜ ਦੀ ਕੋਈ ਲੋੜ ਨਹੀਂ ਹੋਏਗੀ, ਔਰ ਰਾਜ ਆਪਣੇ ਆਪ ਹੀ ਅਲੋਪ ਹੋ ਜਾਏਗਾ। ਧਰਮ ਦਾ ਵਿਰੋਧ। ਮਾਰਕਸ ਕਹਿੰਦੇ ਹਨ ਕਿ ਧਰਮ ਜਿਹੜਾ ਹੈ ਅਫੀਮ ਵਾਂਗ ਹੈ। ਪੂੰਜੀਪਤੀ ਧਰਮ ਨੂੰ ਆਪਣੇ ਹਿੱਤਾਂ ਲਈ ਵਰਤਦੇ ਹਨ, ਅਤੇ ਮਜ਼ਦੂਰਾਂ ਨੂੰ ਕਿਸਮਤਵਾਦੀ ਬਣਾਉਣ ਦਾ ਯਤਨ ਕਰਦੇ ਹਨ ਧਰਮ ਦੁਆਰਾ। ਇਸ ਲਈ ਉਹਨਾਂ ਨੇ ਧਰਮ ਦਾ ਹੀ ਵਿਰੋਧ ਕੀਤਾ ਹੈ। ਉਹ ਕਹਿੰਦੇ ਧਰਮ ਅਫੀਮ ਵਾਂਗ ਹੁੰਦਾ ਹੈ, ਅਤੇ ਜਿਸ ਨੂੰ ਖਾ ਕੇ ਵਿਅਕਤੀ ਸੁੱਤੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਸਾਮਵਾਦੀ ਦੇਸ਼ਾਂ ਵਿੱਚ ਧਰਮ ਦਾ ਪ੍ਰਚਾਰ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ। ਸਾਮਵਾਦੀ ਦਲ ਦਾ ਸੰਗਠਨ। ਰਾਜ ਸੱਤਾ 'ਤੇ ਕੇਵਲ ਸਾਮਵਾਦੀ ਇੱਕੋ ਪਾਰਟੀ ਦਾ ਕਬਜ਼ਾ ਹੋਏਗਾ, ਔਰ ਸਾਰੀ ਸ਼ਕਤੀ ਮਜ਼ਦੂਰਾਂ ਦੇ ਹੱਥ ਦੇ ਵਿੱਚ ਹੋਏਗੀ, ਯਾਨੀ ਕਿ ਉਸ ਪਾਰਟੀ ਦੇ ਹੱਥ ਵਿੱਚ ਹੋਏਗੀ, ਅਤੇ ਉਹੀ ਪਾਰਟੀ ਜਿਹੜਾ ਹੈ ਸਮਾਜਿਕ ਕ੍ਰਾਂਤੀ ਲੈ ਕੇ ਆਏਗੀ, ਰਾਜਨੀਤਿਕ ਕ੍ਰਾਂਤੀ ਵੀ ਲੈ ਕੇ ਆਏਗੀ, ਔਰ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਵੀ ਲੈ ਕੇ ਆਏਗੀ, ਔਰ ਹੌਲੀ ਹੌਲੀ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ ਵੀ ਲੈ ਕੇ ਆਏਗੀ। ਆਲੋਚਨਾ। ਮਾਰਕਸਵਾਦ ਦੀ ਆਲੋਚਨਾ ਹੋਈ ਹੈ ਕਾਫੀ ਪੁਆਇੰਟ ਆਫ ਵਿਊ ਤੋਂ। ਸਭ ਤੋਂ ਪਹਿਲਾਂ ਵਿਅਕਤੀ ਦੀ ਆਜ਼ਾਦੀ ਨੂੰ ਕੋਈ ਮਹੱਤਵ ਨਹੀਂ ਦਿੱਤਾ ਮਾਰਕਸਵਾਦ ਨੇ। ਇੱਕ ਸਮਾਜ ਬਣਾਉਣ ਦੇ ਚੱਕਰ 'ਚ ਵਿਅਕਤੀਤਵ ਨੂੰ ਹੀ ਖਤਮ ਕਰ ਦਿੱਤਾ ਹੈ। ਅੱਗੇ ਵਾਧੂ ਮੁੱਲ ਦਾ ਸਿਧਾਂਤ ਵੀ ਠੀਕ ਨਹੀਂ ਹੈ। ਵਾਧੂ ਮੁੱਲ ਦੇ ਸਿਧਾਂਤ ਦੇ ਅਕੋਰਡਿੰਗ ਪੂੰਜੀਪਤੀ ਜਿਹੜਾ ਕਿ ਪੂੰਜੀ ਲਗਾ ਕੇ ਰਿਸਕ ਲੈਂਦੇ ਹਨ, ਉਹਨਾਂ ਦਾ ਸ਼ੇਅਰ ਬਣਦਾ ਹੈ, ਉਹਨਾਂ ਦਾ ਲਾਭ ਬਣਦਾ ਹੈ। ਅਗਰ ਉਹਨੂੰ ਹਾਨੀ ਹੁੰਦੀ ਪ੍ਰਾਪਰਟੀ 'ਚ, ਤਾਂ ਕੋਈ ਮਜ਼ਦੂਰ ਉਸਨੂੰ ਸ਼ੇਅਰ ਨਹੀਂ ਕਰਦਾ, ਅਤੇ ਇਸ ਪੁਆਇੰਟ ਆਫ ਵਿਊ ਤੋਂ ਵੀ ਉਸ ਦੀ ਕ੍ਰਿਟਿਸਿਜ਼ਮ ਹੋਈ ਹੈ। ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਗਲਤ ਹੈ। ਇਤਿਹਾਸ ਸਿਰਫ ਵਰਗ ਸੰਘਰਸ਼ ਦੀ ਕਹਾਣੀ ਨਹੀਂ ਹੈ, ਇਸ ਦੇ ਵਿੱਚ ਹੋਰ ਵੀ ਬਹੁਤ ਕੁਛ ਹੈ, ਬਹੁਤ ਸਾਰੀ ਗੱਲਾਂ ਹੈਗੀਆਂ, ਬਹੁਤ ਸਾਰੇ ਪਰਸਨੈਲਿਟੀ, ਰਿਲੀਜਨ, ਵਿਚਾਰਧਾਰਾਵਾਂ ਨੇ ਇਹਨੂੰ ਸਜੋਇਆ ਹੈ। ਅਤੇ ਇਸ ਲਈ ਇਹ ਸਿਰਫ ਜਮਾਤੀ ਸੰਘਰਸ਼ ਦੀ ਕਹਾਣੀ ਨਹੀਂ ਹੈ। ਅੱਗੇ ਰਾਜ ਮਨੁੱਖੀ ਕਲਿਆਣ ਦੀ ਸੰਸਥਾ ਹੈ।
ਅੱਜ ਦੇ ਸਮੇਂ 'ਚ ਅਸੀਂ ਦੇਖਦੇ ਹਾਂ ਕਿ ਰਾਜ ਬਹੁਤ ਸਾਰੇ ਕਲਿਆਣਕਾਰੀ ਕਾਰਜ ਕਰਦੀ ਹੈ। ਮਨੁੱਖਾਂ ਦੇ ਲਈ ਹਸਪੀਟਲ, ਆਵਾਜਾਈ ਦੇ ਸਾਧਨ, ਸਕੂਲ, ਕਾਲਜਿਸ, ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਰਾਜ ਬਹੁਤ ਕਲਿਆਣਕਾਰੀ ਕੰਮ ਵੀ ਕਰਦੀ ਹੈ। ਤੇ ਰਾਜ ਇੱਕ ਬੁਰਾਈ ਨਹੀਂ ਸਗੋਂ ਇੱਕ ਲੋੜ ਹੈ ਅੱਜ ਦੇ ਸਮਾਂ 'ਚ। ਅੱਗੇ ਹੈ ਸ਼੍ਰੇਣੀਹੀਨ ਸਮਾਜ ਸੰਭਵ ਨਹੀਂ। ਅਗਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਸ਼੍ਰੇਣੀਹੀਨ ਯਾਨੀ ਕਲਾਸਲੈਸ ਸੋਸਾਇਟੀ ਦੀ ਜਿਹੜੀ ਗੱਲ ਕੀਤੀ ਹੈ ਮਾਰਕਸ ਨੇ, ਇਹ ਆਈਡੀਅਲਿਸਟਿਕ ਪ੍ਰਤੀਤ ਹੁੰਦਾ ਹੈ ਅਤੇ ਇਹ ਪੋਸੀਬਲ ਨਹੀਂ ਹੈ। ਓਕੇ, ਅੱਗੇ ਚੱਲਦੇ ਹਾਂ। ਮਾਰਕਸ ਦੀ ਭਵਿੱਖਬਾਣੀ ਗਲਤ ਸਿੱਧ ਹੋਈ। ਇੰਗਲੈਂਡ ਅਤੇ ਅਮਰੀਕਾ ਵਿੱਚ ਕ੍ਰਾਂਤੀ ਨਹੀਂ ਆਈ ਜਿੱਥੇ ਕਿ ਜ਼ਿਆਦਾ ਇੰਡਸਟਰੀ ਰਹੇ, ਜ਼ਿਆਦਾ ਮਜ਼ਦੂਰ ਔਰ ਦਾ ਸੰਗਠਨ ਹੈ ਅਤੇ ਜ਼ਿਆਦਾ ਲੋਕ ਆਪਸ 'ਚ ਜਿਹੜਾ ਹੈ ਮਜ਼ਦੂਰ ਵਰਗ ਦੀ ਕਲਾਸ ਵਿੱਚ ਹੈਗੇ। ਉੱਥੇ ਤੇ ਮਜ਼ਦੂਰਾਂ ਲਈ ਬਹੁਤ ਸਾਰੀ ਫੈਸਿਲਿਟੀਜ਼ ਦਿੱਤੀ ਗਈ ਹੈ, ਬਹੁਤ ਸਾਰੇ ਜਿਹੜੇ ਹੈ ਛੁੱਟੀਆਂ ਵਗੈਰਾ ਔਰ ਬਹੁਤ ਸਾਰੀ ਚੀਜ਼ਾਂ ਹੋਰ ਪ੍ਰੋਵਾਈਡ ਕੀਤੀਆਂ ਗਈਆਂ। ਈਵਨ ਸਾਡੇ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਵੀ ਮਜ਼ਦੂਰਾਂ ਦੇ ਆਪਣੇ ਹੱਕ ਹੈਗੇ, ਉਹਨਾਂ ਦੇ ਖੁਸ਼ਹਾਲੀ ਲਈ ਬਹੁਤ ਸਾਰੀ ਵਿਵਸਥਾ ਕੀਤੀ ਗਈ ਹੈ, ਰਾਈਟ। ਔਰ ਇਹ ਪੂੰਜੀਵਾਦੀ ਵਿਵਸਥਾ ਵਿੱਚ ਵੀ ਮਜ਼ਦੂਰ ਜਿਹੜੇ ਹੈ, ਮਜ਼ਦੂਰ ਵਰਗ ਸਹੀ ਠੀਕ ਰਹਿ ਸਕਦੇ ਹੈ। ਉਚਿਤ ਮਜ਼ਦੂਰੀ ਉਹਨਾਂ ਨੂੰ ਮਿਲ ਰਹੀ ਹੈ, ਕੰਮ ਦੇ ਘੰਟੇ ਵੀ ਨਿਸ਼ਚਿਤ ਹੈਗੇ, ਡਾਕਟਰੀ ਸਹੂਲਤਾਂ ਵਗੈਰਾ ਵੀ ਉਹਨਾਂ ਨੂੰ ਮਿਲ ਰਹੀ ਹੈ, ਪੜ੍ਹਾਈ ਉਹਨਾਂ ਦੇ ਬੱਚੇ ਲਈ ਪੜ੍ਹਾਈ ਵਗੈਰਾ ਹੋਰ ਵੀ ਸਾਰੀ ਫੈਸਿਲਿਟੀਜ਼ ਮਿਲ ਰਹੀ ਹੈ। ਅਤੇ ਇਸ ਲਈ ਇਹਨਾਂ ਦੇਸ਼ਾਂ 'ਚ ਕ੍ਰਾਂਤੀ ਨਹੀਂ ਹੋਈ। ਰਾਜ ਲੋਪ ਨਹੀਂ ਹੋਵੇਗਾ। ਮਾਰਕਸ ਕਹਿੰਦੇ ਹਨ ਕਿ ਰਾਜ ਐਂਡ 'ਚ ਅਲੋਪ ਹੋ ਜਾਏਗਾ, ਖਤਮ ਹੋ ਜਾਏਗਾ, ਵਿਦਰ ਅਵੇ ਹੋ ਜਾਏਗਾ। ਪਰ ਅਸੀਂ ਦੇਖਿਆ ਕਿ ਜਿੱਥੇ ਮਾਰਕਸਵਾਦੀ ਕ੍ਰਾਂਤੀ ਆਏ ਜਾਂ ਰੂਸ ਹੋਵੇ ਜਾਂ ਫਿਰ ਚੀਨ ਹੋਵੇ, ਇਹਨਾਂ ਦੇਸ਼ਾਂ 'ਚ ਰਾਜ ਅਲੋਪ ਨਹੀਂ ਹੋਇਆ, ਸਗੋਂ ਇਹਨਾਂ ਦੇਸ਼ਾਂ 'ਚ ਰਾਜ ਹੋਰ ਆਪਣੇ ਆਪ ਨੂੰ ਮਜ਼ਬੂਤ ਕੀਤਾ, ਹੋਰ ਮਜ਼ਬੂਤ ਹੋਇਆ। ਅਤੇ ਇਹ ਵੀ ਸਿੱਧ ਨਹੀਂ ਹੁੰਦਾ। ਅਤੇ ਸਿੱਟੇ ਵਜੋਂ ਅਸੀਂ ਕਹਿ ਸਕਦੇ ਪੂੰਜੀਪਤੀ ਸਮਾਜ ਵਿੱਚ ਅੱਜ ਵੀ ਕਿਰਤੀਆਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਲੋੜ ਹੈ ਇਸ ਨੂੰ ਪ੍ਰੋਪਰ ਚੈਨਲਾਈਜ਼ ਕਰਕੇ ਪ੍ਰੋਪਰ ਕਾਨੂੰਨ ਬਣਾ ਕੇ ਇਸ ਸ਼ੋਸ਼ਣ ਨੂੰ ਰੋਕਿਆ ਜਾਵੇ। ਉਸ ਸਮੇਂ ਦੇ ਹਾਲਾਤ ਅਨੁਸਾਰ ਵਿਚਾਰ ਢੁਕਵੇਂ ਸਨ। ਜਦੋਂ ਮਾਰਕਸ ਨੇ ਵਿਚਾਰ ਦਿੱਤੇ ਸੀ ਉਸ ਵੇਲੇ ਢੁਕਵੇਂ ਸਨ, ਪਰ ਅੱਜ ਦੇ ਸਮਾਂ ਅਨੁਸਾਰ ਮਾਰਕਸ ਦੇ ਵਿੱਚ ਬਦਲਾਅ ਆਉਣਾ ਬੜਾ ਜ਼ਰੂਰੀ ਹੈ। ਆਰਥਿਕ ਅਵਸਥਾਵਾਂ ਕਾਰਨ ਬੜੇ ਸਾਰੇ ਝਗੜੇ ਹੋਏ ਅਤੇ ਇਹ ਵੀ ਸੱਚ ਹੈ, ਲੇਕਿਨ ਸਿਰਫ ਆਰਥਿਕ ਅਵਸਥਾ ਹੀ ਇਸ ਦੇ ਲਈ ਜਿਹੜਾ ਹੈ ਸਾਰੇ ਚੀਜ਼ਾਂ ਲਈ ਜ਼ਿੰਮੇਵਾਰ ਨਹੀਂ ਹੈ। ਔਰ ਇਹ ਵੀ ਸੱਤ ਹੈ ਕਿ ਅੱਜ ਵੀ ਉਤਪਾਦਨ ਦੇ ਸਾਧਨਾਂ 'ਤੇ ਸਿਰਫ ਅਮੀਰ ਵਰਗ ਦਾ ਕੰਟਰੋਲ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਮਾਰਕਸ ਦੀਆਂ ਬਹੁਤ ਗੱਲਾਂ ਸਹੀ ਵੀ ਹਨ ਅਤੇ ਕੁਝ ਗੱਲਾਂ ਸਹੀ ਨਹੀਂ ਵੀ ਹਨ। ਅਦਰਵਾਈਜ਼ ਮਾਰਕਸ ਨੇ ਹੀ ਇੱਕ ਐਸਾ ਵਿਦਵਾਨ ਹੈ ਜਿਸ ਨੇ ਕਿ ਸਾਰੀ ਫੁੱਲ ਪ੍ਰੂਫ ਇੱਕ ਪਲਾਨ ਸਟ੍ਰੈਟਜੀ ਦਿੱਤੀ ਕਿ ਕਿਸ ਤਰੀਕੇ ਨਾਲ ਸਮਾਜ ਨੂੰ ਅਸੀਂ ਬਦਲ ਸਕਦੇ ਹਾਂ। ਅਤੇ ਇਹ ਸੀ ਮਾਰਕਸ ਬਾਰੇ ਵਿਚਾਰ ਇੱਕ ਬਰੀਫ ਦੇ ਵਿੱਚ। ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗਾ ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ।